ਸ਼ੇਰੇ ਪੰਜਾਬ 600 AM ਦੇ ਇਸ ਸਪੈਸ਼ਲ ਸੋਸ਼ਲ ਮੀਡੀਆ ਸੈਗਮੈਂਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਹੈ ਵਰਲਡ ਬੁੱਕ ਡੇ। ਦੁਨੀਆ ਭਰ ਦੇ ਵਿੱਚ ਅੱਜ ਦਾ ਦਿਨ ਕਿਤਾਬਾਂ ਦੇ ਜਸ਼ਨ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਤੇ ਅਸੀਂ ਸ਼ੇਰੇ ਪੰਜਾਬ ਦੀ ਪੂਰੀ ਟੀਮ ਇਸ ਦੇ ਵਿੱਚ ਸ਼ਾਮਲ ਹਾਂ। ਤੁਹਾਨੂੰ ਸਾਰਿਆਂ ਨੂੰ ਇਸ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ। ਤੁਹਾਡੇ ਲਈ ਇਹ ਦੱਸਣਾ ਬਹੁਤ ਜ਼ਰੂਰੀ ਬਣਦਾ ਹੈ ਕਿ ਅੱਜ ਦੇ ਇਸ ਦਿਨ ਤੇ ਜਿਹੜਾ ਥੀਮ ਹੈ ਉਹ ਇਹ ਹੈ ਕਿ ਸ਼ੇਅਰ ਅ ਸਟੋਰੀ। ਮੈਂ ਤੁਹਾਡੇ ਨਾਲ ਕੋਈ ਕਹਾਣੀ ਸਾਂਝੀ ਨਹੀਂ ਕਰੂੰਗੀ। ਹਾਂ, ਇੱਕ ਗੱਲ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਰੇਡੀਓ ਸ਼ੇਰੇ ਪੰਜਾਬ 600 AM ਵੱਲੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਕਿਤਾਬਾਂ ਪੜ੍ਹਨ ਦਾ ਸ਼ੌਕ ਪੈਦਾ ਕੀਤਾ ਜਾਵੇ। ਤੇ ਮਜ਼ੇਦਾਰ ਗੱਲ ਇਹ ਹੈ ਕਿ ਸਾਡੇ ਸਾਰੇ ਜਿਹੜੇ ਲਿਸਨਰਸ ਨੇ ਸਾਡੇ ਨਾਲ ਜੁੜੇ ਹੋਏ ਨੇ ਉਹ ਸ਼ਾਇਦ ਇਸ ਗੱਲ ਦੇ ਨਾਲ ਸਹਿਮਤ ਹੋਣਗੇ ਕਿ ਸਾਡੇ ਇਸ ਉਪਰਾਲੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਆਪਣੇ ਵੱਲੋਂ ਇਹ ਅਪੀਲ ਕੀਤੀ ਸੀ ਕਿ ਤੁਸੀਂ ਕੋਈ ਚੰਗੀ ਕਿਤਾਬ ਪੜ੍ਹੋ, ਆ ਕੇ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝੀ ਕਰੋ ਉਸ ਕਿਤਾਬ ਦੇ ਵਿੱਚ ਜਿਹੜੀ ਵੀ ਜਾਣਕਾਰੀ ਤੁਹਾਨੂੰ ਹਾਸਿਲ ਹੁੰਦੀ ਹੈ। ਤੇ ਬਹੁਤ ਵਧੀਆ ਲੱਗਾ ਜਦੋਂ ਸਾਡੇ ਕੁਝ ਲਿਸਨਰਸ ਨੇ ਉਸ ਸਾਡੀ ਆਵਾਜ਼ ਨੂੰ ਹੁੰਗਾਰਾ ਦਿੱਤਾ। ਤੇ ਖਾਸ ਕਰਕੇ ਮੈਂ ਜ਼ਿਕਰ ਕਰਨਾ ਚਾਹੁੰਦੀ ਹਾਂ ਸਾਡੇ ਪਹਿਲੇ ਜਿਹੜੇ ਲਿਸਨਰ ਰੀਡਰ ਵੀ ਬਣੇ ਉਹ ਨੇ ਐਬਸਫੋਰਡ ਤੋਂ ਸ਼ੈਲੀ ਤੇਜਾ। ਤੇ ਅੱਜ ਸਭ ਤੋਂ ਪਹਿਲਾਂ ਮੈਂ ਸ਼ਾਮਿਲ ਕਰ ਰਹੀ ਹਾਂ ਇਸ ਗੱਲਬਾਤ ਦੇ ਵਿੱਚ ਸ਼ੈਲੀ ਤੇਜਾ ਹੁਣਾਂ ਨੂੰ। ਸ਼ੈਲੀ ਤੇਜਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਤਾਂ ਮੈਂ ਸ਼ੇਰੇ ਪੰਜਾਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਹ ਪਲੇਟਫਾਰਮ ਦਿੱਤਾ ਔਰ ਮੈਨੂੰ ਫਸਟ ਬੁੱਕ ਰਿਵਿਊ ਕਰਨ ਦਾ ਮੌਕਾ ਦਿੱਤਾ। ਔਰ ਤੁਹਾਡਾ ਵੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਹਾਡੇ ਥਰੂ ਮੈਂ ਕਿੰਨੇ ਰੀਡਰਸ ਨੂੰ ਜਾਂ ਬੁੱਕ ਲਵਰਸ ਨੂੰ ਨੇ ਮੇਰੇ ਨਾਲ ਸੰਪਰਕ ਕੀਤਾ ਔਰ ਮੈਂ ਉਹਨਾਂ ਖੂਬਸੂਰਤ ਲੋਕਾਂ ਨੂੰ ਮਿਲ ਪਾਇਆ, ਉਹ ਵੀ ਸ਼ੇਰੇ ਪੰਜਾਬ ਦੀ ਬਦੌਲਤ। ਅੱਜ ਵਰਲਡ ਬੁੱਕ ਡੇ ਹੈ। ਸਾਡੇ ਜਿਹੜੇ ਲਿਸਨਰਸ ਨੇ ਰੀਡਰਸ ਨੇ ਉਹਨਾਂ ਨੂੰ ਤੁਸੀਂ ਕੀ ਕਹੋਗੇ? ਦੇਖੋ ਜੀ, ਪਹਿਲਾਂ ਤਾਂ ਮੈਂ ਵਰਲਡ ਬੁੱਕ ਡੇ 'ਤੇ ਸਭ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਸ਼ੇਰੇ ਪੰਜਾਬ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਸਾਡੀ ਕਮਿਊਨਿਟੀ ਦੇ ਵਿੱਚ ਬੁੱਕਸ ਨੂੰ ਪ੍ਰਮੋਟ ਕੀਤਾ ਜਾਏ। ਔਰ ਉਸ ਵਰਲਡ ਬੁੱਕ ਡੇ ਜਿਹੜਾ ਹੈ ਇੱਕ ਬਹੁਤ ਵਧੀਆ ਮੌਕਾ ਹੈ ਜਿਹਦੇ ਵਿੱਚ ਸ਼ੇਰੇ ਪੰਜਾਬ ਇਹ ਇੰਸਪਾਇਰ ਕਰ ਰਿਹਾ ਹੈ ਕਿ ਸਾਡੀ ਕਮਿਊਨਿਟੀ 'ਚ ਲੋਕਾਂ ਨੂੰ ਕਿ ਉਹ ਕਿਤਾਬਾਂ ਪੜ੍ਹਨ ਔਰ ਕਿਤਾਬਾਂ ਦੇ ਸ਼ੌਕੀਨ ਬਣਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਔਨ ਏਅਰ ਗੱਲ ਕੀਤੀ ਕਿ ਅਸੀਂ ਕਿਤਾਬਾਂ ਪੜ੍ਹਨ ਦੇ ਲਈ ਆਪਣੇ ਸੁਣਨ ਵਾਲਿਆਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ, ਯੂ ਵਰ ਦਾ ਫਸਟ ਕਾਲਰ, ਫਸਟ ਲਿਸਨਰ ਜਿਨ੍ਹਾਂ ਨੇ ਔਨ ਏਅਰ ਇਹ ਚੀਜ਼ ਕਮਿਟ ਕੀਤੀ ਸੀ ਕਿ ਵੀ ਮੈਂ ਜਿਹੜੇ ਸੁਣਨ ਵਾਲੇ ਨੇ ਜੇ ਕੋਈ ਆਉਂਦਾ ਕਿਤਾਬ ਪੜ੍ਹਦਾ ਅਤੇ ਕਿਸੇ ਕਿਤਾਬ ਬਾਰੇ ਗੱਲ ਕਰਨਾ ਚਾਹੁੰਦਾ ਮੇਰੇ ਨਾਲ ਸੰਪਰਕ ਕਰੇ। ਮੈਂ ਆਪਣੇ ਵੱਲੋਂ ਜਿਸ ਕਿਤਾਬ ਦਾ ਰਿਵਿਊ ਕਰਨ ਜਾ ਰਿਹਾ ਹਾਂ ਜਾਂ ਕਰ ਰਿਹਾ ਹੋਊਗਾ ਤਾਂ ਉਹ ਕਿਤਾਬ ਮੈਂ 3 ਲਿਸਨਰਸ ਨੂੰ ਗਿਫਟ ਕਰਾਂਗਾ। ਤੁਸੀਂ ਇਹ ਔਨ ਏਅਰ ਇਹ ਚੀਜ਼ ਕਮਿਟ ਕੀਤੀ ਸੀ, ਤੁਹਾਨੂੰ ਰਿਸਪੌਂਸ ਕਿਹੋ ਜਿਹਾ ਰਿਹਾ? ਦੇਖੋ ਜੀ, ਮੈਂ ਐਕਸਪੈਕਟ ਨਹੀਂ ਕਰ ਉਸ ਤੋਂ ਵੀ ਰਿਸਪੌਂਸ ਜ਼ਿਆਦਾ ਮੈਨੂੰ ਵਧੀਆ ਮਿਲਿਆ। ਫਸਟ ਰਿਵਿਊ ਦੇ ਵਿੱਚ ਮੈਨੂੰ ਘੱਟੋ ਘੱਟ ਨਹੀਂ ਤੇ 5-7 ਕਾਲਸ ਆਈਆਂ ਆਫਟਰ ਦਾ ਪ੍ਰੋਗਰਾਮ। ਸੋ ਜਿਹੜਾ ਪਹਿਲਾ ਘੰਟਾ ਸੀ ਉਹ ਮੈਂ ਥਰੂ ਆਊਟ ਬਿਜ਼ੀ ਰਿਹਾ ਕਾਲਸ ਦੇ ਨਾਲ। ਅੱਛਾ। ਕਿਉਂਕਿ ਲੋਕ ਮੈਂ ਇੰਨਾ ਐਕਸਪੈਕਟ ਨਹੀਂ ਸੀ ਕਰਦਾ। ਇੱਕ ਤੋਂ ਬਾਅਦ ਇੱਕ ਕਾਲਸ ਆਈਆਂ ਔਰ ਕੁਛ ਮੋਸਟਲੀ ਕਾਲਰਸ ਨੇ ਪੁੱਛਿਆ ਕਿ ਉਹ ਬੁੱਕ ਸਾਨੂੰ ਕਿੱਥੋਂ ਮਿਲ ਸਕਦੀ ਹੈ ਔਰ ਉਹ ਬੁੱਕ ਕਿਹੜੀ ਲੈਂਗੁਏਜ ਦੇ ਵਿੱਚ ਹੈ, ਕਿਉਂਕਿ ਕੁਛ ਪੰਜਾਬੀ ਦੇ ਵਿੱਚ ਵੀ ਉਹ ਬੁੱਕ ਸੀ। ਉਹ ਮੈਂ ਪਤਾ ਕਰਕੇ ਫਿਰ ਉਹਨਾਂ ਨੂੰ ਦੱਸਿਆ। ਪਰ ਜਦੋਂ ਉਹਨਾਂ ਨੂੰ ਕਿਹਾ ਕਿ ਮੈਂ ਬੁੱਕ ਤੁਹਾਨੂੰ ਗਿਫਟ ਕਰ ਰਿਹਾ, ਉਹਨਾਂ ਨੇ ਕਿਹਾ ਨਹੀਂ, ਅਸੀਂ ਆਪ ਖਰੀਦਾਂਗੇ ਕਿਤਾਬ। ਅੱਛਾ। ਹਾਂਜੀ। ਉਹਨਾਂ ਨੇ ਉਸ ਆਫਰ ਨੂੰ ਉਹਨਾਂ ਨੇ ਨਹੀਂ ਕੀਤਾ, ਐਕਸੈਪਟ ਨਹੀਂ ਕੀਤਾ। ਉਹਨਾਂ ਨੇ ਕਿਹਾ ਸੀ ਅਸੀਂ ਆਪ ਖਰੀਦਾਂਗੇ। ਪਰ ਉਹਨਾਂ ਨੂੰ ਇਹ ਜਿਹੜੇ ਤੁਹਾਡੇ ਪ੍ਰੋਗਰਾਮ ਤੋਂ ਇੰਸਪਾਇਰ ਹੋਏ ਨੇ ਜ਼ਰੂਰ। ਜੇ ਤੁਸੀਂ ਉਹਨਾਂ ਲਿਸਨਰਸ ਬਾਰੇ ਜਿਨ੍ਹਾਂ ਨੇ ਤੁਹਾਨੂੰ ਕੰਟੈਕਟ ਕੀਤਾ ਬਰੀਫਲੀ ਸਾਡੇ ਸੁਣਨ ਵਾਲਿਆਂ ਨੂੰ ਦੱਸ ਸਕੋ ਕਿ ਉਹ ਕੌਣ ਲੋਕ ਸਨ, ਕਿਸ ਏਜ ਗਰੁੱਪ ਦੇ ਨਾਲ ਸੰਬੰਧਿਤ ਸਨ, ਉਹ ਕੀ ਕਰਦੇ ਆ, ਕੀ ਉਹ ਪੜ੍ਹਦੇ ਨੇ, ਪੜ੍ਹਾਉਂਦੇ ਨੇ ਜਾਂ ਕੀ ਕਰਦੇ? ਉਹ ਅਲੱਗ-ਅਲੱਗ ਏਜ ਗਰੁੱਪ ਦੇ ਸੀ। ਕੁਛ ਤੇ ਆਲਰੇਡੀ ਰੀਡਰ ਸੀ, ਉਹ ਤੇ ਪਰਟੀਕੂਲਰ ਬੁੱਕ ਬਾਰੇ ਜਾਣਨਾ ਚਾਹੁੰਦੇ ਸੀ। ਜਿਹੜੀ ਬੁੱਕ ਦਾ ਸੀ ਮੈਂ ਦੋ ਬੁੱਕਸ ਦਾ ਰਿਵਿਊ ਕੀਤਾ। ਇੱਕ ਤੇ ਸੀ ਹਿੰਟਸ ਫॉर ਸੈਲਫ ਕਲਚਰ ਔਰ ਦੂਸਰੀ ਸੀ ਅ ਵਰਲਡ ਆਫ ਕਿਊਰੀਓਸਿਟੀ ਜੀ। ਔਰ ਉਹ ਅਲੱਗ-ਅਲੱਗ ਸੀ ਔਰ ਗਰੁੱਪਸ ਦੇ। ਇੱਕ ਕਾਲਰ ਮੇਰੇ ਕੋਲ ਆਏ, ਉਹ ਮੈਨੂੰ ਪਰਸਨਲੀ ਮਿਲੇ, ਉਹ ਸਰੀ ਤੋਂ ਆਏ ਸੀ। ਉਹਨਾਂ ਨੇ ਇਹ ਕਿਹਾ ਕਿ ਮੈਂ ਕਿਤਾਬ ਇਸ ਕਰਕੇ ਪੜ੍ਹਨਾ ਚਾਹੁੰਦਾ ਤਾਂ ਕਿ ਮੈਂ ਆਪਣੇ ਬੱਚਿਆਂ ਨੂੰ ਇੰਸਪਾਇਰ ਕਰ ਸਕਾਂ, ਕਿਉਂਕਿ ਉਹ ਜਦੋਂ ਪੇਰੈਂਟਸ ਨੂੰ ਦੇਖਣਗੇ ਤੇ ਉਹ ਵੀ ਪੜ੍ਹਨਗੇ। ਔਰ ਉਹ ਮੇਰੇ ਕੋਲ ਹਿੰਟਸ ਲੈ ਕੇ ਗਏ ਨੇ ਔਰ ਮੈਨੂੰ ਲੱਗਦਾ ਹੈ ਕਿ ਉਹ ਵੀ ਬਹੁਤ ਛੇਤੀ ਉਹ ਜਿਹੜੇ ਨੇ ਹੀ ਇਜ਼ ਗੋਇੰਗ ਟੂ ਬਿਕਮ ਅ ਬੁੱਕ ਰੀਡਰ। ਸ਼ੈਲੀ ਜੀ, ਕਿਤਾਬਾਂ ਪੜ੍ਹਨ ਦਾ ਸ਼ੌਕ ਤੁਹਾਡਾ ਤਾਂ ਪੁਰਾਣਾ ਹੈ, ਪਰ ਜਦੋਂ ਹੁਣ ਇਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਹੈਗਾ, ਕੀ ਤੁਸੀਂ ਵੀ ਕੁਝ ਜ਼ਿਆਦਾ ਐਫਰਟ ਕਰ ਰਹੇ ਹੋ ਆਪਣੇ ਲੈਵਲ 'ਤੇ?
ਦੇਖੋ ਜੀ ਮੈਂ ਤੇ ਪਹਿਲਾਂ ਹੀ ਦੇਖੋ ਕਿਤਾਬਾਂ ਮੈਂ ਆਪਣਾ ਟਾਈਮ ਪਾਸ ਮੇਰੇ ਲਈ ਟਾਈਮ ਪਾਸ ਹੈ ਬੁੱਕ ਪੜ੍ਹਨਾ ਔਰ ਪਿਛਲੇ 10 ਕੁ ਸਾਲਾਂ ਤੋਂ ਮੈਂ ਕਿਤਾਬਾਂ ਮੈਂ ਹੁਣ ਇੱਕ ਦਿਨ ਕੁਛ ਕਰ ਰਿਹਾ ਕਿ ਮੈਂ ਕਾਊਂਟ ਕਰ ਰਹਾ ਕਿ ਕਿੰਨੀਆਂ ਕੁ ਪੜ੍ਹੀਆਂ ਹੋਣੀਆਂ 500 ਦੇ ਕਰੀਬ ਮੈਂ ਦੇਖਿਆ ਕਿ ਹੈਗੀਆਂ ਮੇਰੇ ਕੋਲ ਕਿਤਾਬਾਂ ਮੈਂ ਪੜ੍ਹ ਚੁੱਕਿਆ ਹਾਂ 500 ਉਹਨੂੰ ਡਿਸਪੋਜ਼ ਆਫ ਕਰਨ 'ਚ ਮੈਨੂੰ ਮੁਸ਼ਕਿਲ ਆਉਂਦੀ ਸੀ ਮੈਨੂੰ ਲੱਗਦਾ ਕਿ ਹੁਣ ਸ਼ੇਰੇ ਪੰਜਾਬ ਦੇ ਇਸ ਉਪਰਾਲੇ ਨਾਲ ਮੈਨੂੰ ਡਿਸਪੋਜ਼ ਆਫ ਕਰਨ 'ਚ ਮੁਸ਼ਕਿਲ ਨਹੀਂ ਆਏਗੀ ਹੁਣ ਮੈਂ ਮੈਨੂੰ ਕੋਲ ਲੋਕ ਘਰੋਂ ਹੀ ਲੈ ਜਾਣਗੇ ਕਿਤਾਬਾਂ ਜਿਹੜੇ ਪੜ੍ਹਨਾ ਚਾਹੁੰਦੇ ਆ ਜਿਹੜੇ ਇਹ ਸ਼ਿਕਾਇਤ ਰੱਖਦੇ ਆ ਕਿ ਟਾਈਮ ਨਹੀਂ ਹੈਗਾ ਉਹਨਾਂ ਦੇ ਲਈ ਜੇ ਤੁਸੀਂ 2-4 ਹਿੰਟਸ ਦੇ ਸਕੋ ਕਿ ਕਿਤਾਬਾਂ ਪੜ੍ਹਨ ਦੇ ਲਈ ਟਾਈਮ ਕਿਵੇਂ ਕੱਢਿਆ ਜਾਏ। ਦੇਖੋ ਜੀ ਇੱਕ ਤੇ ਮੈਂ ਤੇ ਪਹਿਲੀ ਸੀ ਚੀਜ਼ ਇਹ ਕਹਾਂਗਾ ਕਿ ਕਿਤਾਬ ਨੂੰ ਹਮੇਸ਼ਾ ਆਪਣੇ ਕੋਲ ਰੱਖੋ ਆਪਣੇ ਬੈਗ 'ਚ ਮੈਂ ਜਦੋਂ ਮੈਂ ਇੱਕ ਛੋਟਾ ਜਿਹਾ ਬੈਗ ਹੈ ਉਹਦੇ ਵਿੱਚ ਮੇਰੇ ਕੋਲ ਬੁੱਕ ਹੁੰਦੀ ਹੈ ਔਰ ਤੁਹਾਨੂੰ ਦਿਨ ਦੇ ਵਿੱਚ ਕਈ ਨਾ ਕਈ ਜਗ੍ਹਾ 'ਤੇ ਤੁਹਾਨੂੰ ਟਾਈਮ ਔਰ ਸਪੇਸ ਮਿਲ ਜਾਂਦੀ ਹੈ ਜਿਹਦੇ ਵਿੱਚ ਤੁਸੀਂ ਕਿਤਾਬ ਪੜ੍ਹ ਕੇ ਜਿੱਦਾਂ ਅਸੀਂ ਸੈੱਲ ਫੋਨ ਦੇਖ ਲੈਂਦੇ ਹਾਂ ਉਹਦੇ ਵਿੱਚ ਤੁਸੀਂ ਬੁੱਕ ਖੋਲ੍ਹੋ ਔਰ ਉਹਨੂੰ ਪੜ੍ਹਨਾ ਸ਼ੁਰੂ ਕਰ ਦਿਓ ਇੱਦਾਂ ਹੌਲੀ ਹੌਲੀ ਇਹ ਡਿਵੈਲਪ ਹੋ ਜਾਂਦੀ ਹੈ ਯੂ ਬਿਕਮ ਐਡਿਕਟਿਵ ਔਰ ਇਹ ਐਡਿਕਸ਼ਨ ਬਹੁਤ ਵਧੀਆ ਐਡਿਕਸ਼ਨ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਗੱਲਬਾਤ ਲਈ ਥੈਂਕ ਯੂ ਸੋ ਮਚ। ਥੈਂਕ ਯੂ। ਤੇ ਹੁਣ ਮੈਂ ਆਪਣੇ ਨਾਲ ਸ਼ਾਮਿਲ ਕਰ ਰਹੀ ਹਾਂ ਇੱਕ ਹੋਰ ਸ਼ਖਸੀਅਤ ਨੂੰ ਜਿਨ੍ਹਾਂ ਦਾ ਨਾਮ ਹੈ ਵਕਾਰ ਅਹਿਮਦ ਸਿੱਦੀਕੀ। ਇਹ ਪਾਕਿਸਤਾਨ ਤੋਂ ਇਹਨਾਂ ਦੀ ਬੈਕਗ੍ਰਾਉਂਡ ਹੈ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦੇ ਨੇ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। बहुत बहुत स्वागत है वकार जी। जी शुक्रिया जनाब। मैं इस बारे में यही कहना चाहूँगा कि वर्ल्ड बुक डे जो शेर पंजाब मना रहा है बल्कि मुझे बड़ी खुशी हुई कि मैंने इसको ज्वाइन किया। आजकल तो बड़ी दूरी है किताब पढ़ने से क्योंकि इलेक्ट्रॉनिक मीडिया इतना फैल चुका है डिजिटल मीडिया, लेकिन बहरहाल मौका मिल ही जाता है कभी कभी। मैं तो खैर बहुत ही पाबंदी से पढ़ता हूँ किताबें, लेकिन लोगों में रुझान बहुत कम हो गया है। तो शेर पंजाब बड़ी अच्छी काविश कर रहा है। बहुत बहुत शुक्रिया ਤੁਸੀਂ ਖਾਸ ਕਰਕੇ ਅੱਜ ਸਟੂਡੀਓ ਚੱਲ ਕੇ ਆਏ। शुक्रिया। ਸ਼ੇਰੇ ਪੰਜਾਬ ਦੇ ਨਾਲ ਕਨੈक्ट ਕਿਵੇਂ ਹੋਈ ਤੁਸੀਂ? शैली साहब का इंटरव्यू उस दिन मैं सुन रहा था तो मुझे भी बड़ा शौक़ है, तो एक बुक इन्होंने मुझे गिफ्ट भी की है जिसमें पूरी दुनिया के मुतालिक ज़िक्र है A to Z। तो मैं वो किताब पढ़ रहा हूँ और आज के लिहाज से आज के दिन के लिहाज से सबसे पहली बात मैं ये कहूँगा फितरत या कुदरत जो कहती है इक़रा हमारे लिए रीड। आप ये कह लें कि रब कह रहा है या फितरत कह रही है या आप जिसने आपको क्रिएट किया है वो कह रहा है कि पढ़। पहला लफ्ज़ ही हमें ये कहा गया पढ़ उस रब के नाम से। हमारे लिए ये तालीम है, तो जब पढ़ना कह दिया है तो वही हमारे लिए फ़ायदेमंद है। So इकरा means पढ़ना। रीड या ऑफ कोर्स विद द नेम ऑफ योर क्रिएटर वट एवर यू थिंक। जो भी आप समझती हैं कि रब ने पैदा किया, फितरत ने पैदा, नेचर ने पैदा किया, वही हमारे लिए पढ़ना है। पढ़ने से हमारे लिए सब कुछ जानकारी आएगी। कितने साल तो तुम कनाडा च? मुझे तो तकरीबन 20 साल से ज़्यादा हो गए। मैं ऑन ऑफ पाकिस्तान जाता रहा, यहाँ आता रहा। तो पढ़ते रहते हो अक्सर? पढ़ते जी, बचपन से ही शौक़ था कि अखबार पढ़ना है। मैं 5 या 6 साल का हूँगा तो बच्चों का अखबार पढ़ने भागता था। मैं और मेरी बहन बच्चों का अखबार पढ़ने भागते थे। किताबां दा किस तरह सी? किताबां पढ़ती सी कि नहीं अखबार तो पढ़ती सी? जी, किताबें जनरल नॉलेज का शौक़ और साइंस की किताबों का शौक़। अच्छा जी, इसी तरह के टीवी प्रोग्राम्स जो आते थे वो जो जनरल नॉलेज के सवाल आते थे वो मैं लिख लेता था बुक में अपनी। बाद में पढ़ता था तो जनरल नॉलेज बढ़ जाती थी। जी। ਤੇ ਅਸੀਂ ਉਮੀਦ ਕਰ ਸਕਦੇ ਹਾਂ ਕਿ ਤੁਸੀਂ ਆਉਂਦੇ ਦਿਨਾਂ ਦੇ ਵਿੱਚ ਕੋਈ ਬੁੱਕ ਪੜ੍ਹ ਕੇ ਸਾਡੇ ਨਾਲ ਸਾਡੇ ਸੁਣਨ ਵਾਲੇ ਨਾਲ ਸ਼ੇਅਰ ਕਰੋਗੇ। ख़ास तौर पे बुक के मुतालिक तो नहीं मैं रिव्यू कर सकता, लेकिन हाँ अपनी नॉलेज ज़रूर दे सकता हूँ मैं कि हाँ इसमें ये नॉलेज मुझे मिली है। ਤੇ ਸ਼ੈਲੀ ਜੀ ਦੇ ਸੰਪਰਕ ਵਿੱਚ ਤੁਸੀਂ ਆਏ ਜਿਹੜੇ ਸਾਡੇ ਫਰਸਟ ਲਿਸਨਰ ਰੀਡਰ ਹੈਗੇ ਆ जी ਉਹਨਾਂ ਦੇ ਕੋਲੋਂ ਤੁਸੀਂ ਕਿਤਾਬਾਂ ਲੈ ਕੇ ਆਏ। जी जी ਠੀਕ ਹੈ जी ਉਹ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ? जी हाँ, वही थी वर्ल्ड ऑफ क्यूरियोसिटी। बड़े बहुत ਤੁਸੀਂ ही ਇਹ ਸੋਚਦੇ ਵੀ ਹੋ ਕਿਤਾਬਾਂ ਤੁਸੀਂ पढ़ते हो पर ਅੱਗੇ शेयर भी करोगे? जी बिल्कुल। मैं बच्चों को अभी से शेयर करना शुरू कर दिया, उसको जो मैं पढ़ रहा हूँ उनको बताना शुरू कर दिया। अफ़गानिस्तान के मुतालिक या पेरिस के मुतालिक जो मुझे अच्छी बातें मिल रही हैं उनको पढ़ाना भी शुरू कर दिया, बताना भी शुरू कर दिया। ਤੁਹਾਡੇ ਸੰਪਰਕ ਦੇ ਵਿੱਚ ਕਿੰਨੇ ਕੁ ਲੋਕ ਹੈ ਜਿਹੜੇ ਕਿਤਾਬਾਂ ਪੜ੍ਹਦੇ ਆ? मैं तो बच्चों को अपने यही कहता रहता हूँ कि डिजिटल ये जो है मोबाइल जो है इससे ज़रा पीछे हटो, आंखें भी तुम्हारी ठीक रहेंगी, तुम्हारा दिमाग खुलेगा, किताबें देखो। तो वो पढ़ते पढ़ते सो तो अच्छा है, लेकिन आजकल लोग मोबाइल देखते हुए सोते हैं। मैं कहता हूँ किताबें पढ़ते हुए सो। ਕੀ ਮਿਸ ਕਰਦੇ ਹੋ ਜਿਹੜੇ ਕਿਤਾਬਾਂ नहीं पढ़ते? यही है कि एक तो आपकी नींद भी ख़राब हो रही है क्योंकि आप लग जाते हैं कार्टून देखने में। आपकी शक्ल भी कार्टून जैसी हो जाती है मेरी नज़र में तो। लेकिन मैं तो किताबें पढ़ो, कुछ अच्छी चीज़ मिले, नॉलेज मिले और आगे कन्वे कर सकें। ਬਹੁਤ ਬਹੁਤ ਸ਼ੁਕਰੀਆ ਤੁਸੀਂ ਵਕਾਰ ਜੀ ਟਾਈਮ ਕੱਢਿਆ ਸਾਡੇ ਨਾਲ ਸ਼ਾਮਿਲ ਹੋਏ। ਅਖੀਰ ਸਾਡੇ ਸੁਣਨ ਵਾਲਿਆਂ ਲਈ ਕੋਈ ਹੋਰ ਸੁਨੇਹਾ ਤੁਸੀਂ ਕਿਤਾਬਾਂ ਦੇ ਸਿਲਸਿਲੇ 'ਚ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਕਰੋ। शुक्रिया आपके बुलाने का। दूसरा ये कि बच्चों से ख़ास तौर पर यही कहना चाहूँगा
किताबें पढ़ो, डिजिटल मीडिया बहुत अच्छा है, मोबाइल बहुत अच्छा है, लेकिन किताबें ज़रूर पढ़ा करें। आपको बहुत कुछ मालूमात मिलेगी जो आपके आइंदा काम आएगी। ਥੈਂਕ ਯੂ। शुक्रिया जनाब। ਤੇ ਹੁਣ ਇੱਕ ਨੌਜਵਾਨ ਜਿਹੜਾ ਕਿਤਾਬਾਂ ਪੜ੍ਹਨ ਦਾ ਸ਼ੌਕ ਆਪਣੇ ਅੰਦਰ ਪੈਦਾ ਕਰ ਰਿਹਾ ਹੈ ਤੇ ਉਸਨੇ ਕਿਤਾਬਾਂ ਪੜ੍ਹਨ ਦੀ ਆਦਤ ਜਿਹੜੀ ਹੈ ਉਹ ਆਪਣੇ ਆਪ ਨੂੰ ਪਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ਾਮਿਲ ਕਰ ਰਹੇ ਹਾਂ ਗੁਰਸ਼ਰਨ ਸਿੰਘ ਨੂੰ। ਗੁਰਸ਼ਰਨ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਮੈਂ ਵਰਲਡ ਬੁੱਕ ਡੇ ਤੇ ਸਾਰਿਆਂ ਨੂੰ ਬਹੁਤ ਹੀ ਮੁਬਾਰਕਾਂ ਦਿੰਦਾ ਤੇ ਸ਼ੇਰੇ ਪੰਜਾਬ ਦਾ ਬਹੁਤ-ਬਹੁਤ ਥੈਂਕ ਯੂ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਅੱਗੇ ਆ ਕੇ ਕੁਝ ਆਪਣੇ ਰਿਵਿਊ ਦੇ ਸਕਾਂ। ਸਾਨੂੰ ਵੀ ਚੰਗਾ ਲੱਗ ਰਿਹਾ ਇੱਕ ਨੌਜਵਾਨ ਸਾਡੇ ਨਾਲ ਇਸ ਵੇਲੇ ਸ਼ਾਮਿਲ ਹੋਇਆ। ਨੌਜਵਾਨਾਂ ਬਾਰੇ ਅਕਸਰ ਸ਼ਿਕਾਇਤ ਰਹਿੰਦੀ ਆ ਕਿ ਪੜ੍ਹਨ ਦਾ ਸ਼ੌਕ ਘਟਿਆ। ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਸੱਚ ਕਿਤੇ ਨਾ ਕਿਤੇ, ਕਿਉਂਕਿ ਟਾਈਮ ਪਹਿਲਾਂ ਬਾਲਾ ਤਾਂ ਨਹੀਂ ਪਿੱਛੇ ਜਾਂਦੇ, ਪਰ ਜੇ ਆਪਣੇ ਪੇਰੈਂਟਸ ਵੱਲ ਦੇਖੀਏ ਉਦੋਂ ਟੈਕਨੋਲੋਜੀ ਐਡਵਾਂਸ ਨਹੀਂ ਸੀ। ਉਦੋਂ ਸੋਰਸ ਸੀਗਾ ਕਿ ਬੁੱਕਸ ਜਾਂ ਫਿਰ ਕੰਮ। ਹੁਣ ਸੋਰਸ ਆਫ ਐਂਟਰਟੇਨਮੈਂਟ ਟੈਕਨੋਲੋਜੀ ਹੈਗਾ, ਸੋ ਨਵਾਂ ਉਹਦੇ ਵੱਲ ਸਾਰੇ ਪ੍ਰਭਾਵਿਤ ਹੁੰਦੇ ਆ। ਪਰ ਬੁੱਕਸ ਦਾ ਆਪਣਾ, ਕਿਉਂਕਿ ਜਿਵੇਂ ਮੈਂ ਬੋਰਨ ਹੋਣਾ ਇੰਡੀਆ, ਤਾਂ ਮੇਰੇ ਪੇਰੈਂਟਸ ਨੇ ਕਿਤੇ ਨਾ ਕਿਤੇ ਕਿਹਾ ਵੀ ਸਿਰਫ ਸਕੂਲ ਵਾਲੀਆਂ ਬੁੱਕਸ ਪੜ੍ਹ ਲਓ, ਨੰਬਰ ਲੈ ਲਓ, ਕਿਉਂਕਿ ਉਹ ਸਾਡਾ ਐਜੂਕੇਸ਼ਨ ਸਿਸਟਮ ਉੱਦਾਂ ਚੱਲਦਾ ਕਿ ਨੰਬਰਸ ਦੇ ਬੇਸਿਸ 'ਤੇ। ਪਰ ਕੋਈ ਵੀ ਐਂ ਨਹੀਂ ਕਹਿੰਦਾ ਕਿ ਆਹ ਵਾਲੀ ਬੁੱਕ ਠੀਕ ਆ, ਇੱਕ ਵਾਰੀ ਇਹਨੂੰ ਰੀਡ ਕਰਕੇ ਦੇਖ ਲੈ। ਜਾਂ ਕੋਈ ਪੜ੍ਹਾਉਂਦਾ ਨਹੀਂ ਹੈਗਾ ਕਿਸੇ ਨੂੰ ਵੀ। ਮੈਨੂੰ ਤਾਂ ਇੱਦਾਂ ਨਹੀਂ ਮਿਲਿਆ ਕੁਛ ਵੀ ਕਿ ਕੋਈ ਪੜ੍ਹਾਈ ਤੋਂ ਸਿਵਾਏ, ਜਿਹੜੇ ਕਿ ਕਲਾਸਿਸ ਨੇ, ਉਸ ਤੋਂ ਸਿਵਾਏ ਕੋਈ ਹੋਰ ਬੁੱਕ ਦਿੱਤੀ ਜਾਵੇ ਅਤੇ ਕਿਹਾ ਜਾਵੇ ਕਿ ਇਹਨੂੰ ਰੀਡ ਕਰਕੇ ਦੇਖ ਕਿ ਤੈਨੂੰ ਸ਼ਾਇਦ ਕੁਛ ਹੋਰ ਵੀ ਮਿਲੇ ਜਾਂ ਆਪਣੇ ਆਪ ਨੂੰ ਜਾਣਨ ਦਾ ਮੌਕਾ ਮਿਲੇ। ਹਾਏ ਕਿ ਜਿਵੇਂ ਕਹਿ ਸਕਦਾ ਮੈਂ ਵੀ, ਚਾਹੇ ਮੈਂ ਵੱਡਾ ਵੀ ਹੋ ਗਿਆ, ਬਟ ਫਿਰ ਵੀ ਮੈਨੂੰ ਕਈ ਇੱਦਾਂ ਦਾ ਉਹਨਾਂ ਨੇ ਕਿਹਾ ਨਹੀਂ, ਨਾ ਮੈਨੂੰ ਮੌਕਾ ਮਿਲਿਆ। ਅੱਛਾ, ਕਿਸੇ ਨੇ ਨਹੀਂ? ਨਹੀਂ ਮੈਨੂੰ। ਤੇ ਹੁਣ ਤੁਸੀਂ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਹਾਂਜੀ। ਹੁਣ ਕਿਹਨੇ ਕਹਿ ਦਿੱਤਾ? ਹੁਣ ਵੀ ਕਿਸੇ ਨੇ ਨਹੀਂ ਕਿਹਾ, ਬਟ ਮੈਂ ਕਿਤੇ ਨਾ ਕਿਤੇ ਬੋਰ ਹੋ ਗਿਆ। ਅੱਛਾ। ਕਿਉਂਕਿ ਮੂਵੀਜ਼ ਦੇਖਣਾ ਮੈਨੂੰ ਵਧੀਆ ਲੱਗਦਾ, ਬਟ ਮੈਨੂੰ ਉੱਦਾਂ ਦਾ ਕੰਟੈਂਟ ਨਹੀਂ ਮਿਲ ਰਿਹਾ ਜਿੱਦਾਂ ਦਾ ਮੈਂ ਪਸੰਦ ਕਰਦਾ। ਮੈਨੂੰ ਪਸੰਦ ਹੈ ਲਾਈਕ ਰੀਅਲਿਸਟਿਕ ਇਮੈਜੀਨੇਸ਼ਨ। ਨਹੀਂ, ਇਮੈਜੀਨੇਸ਼ਨ ਹੋਵੇ ਬਟ ਉਹਦਾ ਇੱਕ ਦਾਇਰਾ ਹੋਵੇ ਕਿ ਉੱਥੇ ਖਤਮ ਹੈ, ਕਿਉਂਕਿ ਉਸ ਚੀਜ਼ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ। ਰੀਅਲ ਲਾਈਫ ਇੱਕ ਚੀਜ਼ ਹੈ, ਫਿਰ ਤੁਸੀਂ, ਕਿਉਂਕਿ ਜੇ ਤੁਸੀਂ ਉਹ ਚੀਜ਼ ਦੇਖ ਕੇ ਆਓਗੇ ਇੱਕ ਇਮੈਜੀਨਰੀ ਦੁਨੀਆ, ਤੁਸੀਂ ਰੀਅਲ ਲਾਈਫ 'ਚ ਵੀ ਉਹੀ ਐਕਸਪੈਕਟ ਕਰੋਗੇ। ਅਤੇ ਜਦੋਂ ਉਹ ਚੀਜ਼ ਪੂਰੀ ਨਹੀਂ ਹੁੰਦੀ ਤਾਂ ਫਿਰ ਤੁਸੀਂ ਕਹਿੰਦੇ ਕਿ ਮੇਰੀ ਲਾਈਫ ਬੇਕਾਰ ਹੈ। ਕਿਹੋ ਜਿਹੀਆਂ ਤੁਸੀਂ ਦੱਸਿਆ ਕਿਤਾਬਾਂ ਪੜ੍ਹਦੇ ਹੋ ਕਿ ਰੀਅਲਿਸਟਿਕ ਚੀਜ਼ਾਂ? ਰੀਅਲਿਸਟਿਕ ਹੋਣ, ਕਿਸੇ ਦੀ ਬਾਇਓਗ੍ਰਾਫੀ ਹੋ ਗਈ, ਉਹ ਬਹੁਤ ਇੰਸਪਾਇਰ ਕਰਦੀ ਹੈ। ਕਿਉਂਕਿ ਕਿਤੇ ਨਾ ਕਿਤੇ ਬੰਦੇ ਨੂੰ ਲੱਗਦਾ ਕਿ ਸ਼ਾਇਦ ਇਹ ਚੀਜ਼ ਮੇਰੇ ਨਾਲ ਹੀ ਹੋ ਰਹੀ ਹੈ। ਲਾਈਫ 'ਚ ਕੁਛ ਮਾੜਾ ਹੋਇਆ, ਬੰਦਾ ਕਹਿੰਦਾ ਮੇਰੇ ਨਾਲ ਹੋਇਆ। ਬਟ ਜਦੋਂ ਬੰਦਾ ਕਿਸੇ ਦੀ ਦੇਖਦਾ ਬਾਇਓਗ੍ਰਾਫੀ ਕਿ ਉਹਨੇ ਤਾਂ ਮੇਰੇ ਤੋਂ ਵੀ ਸ਼ਾਇਦ ਹੋ ਸਕਦਾ ਵੱਧ ਸਟਰਗਲ ਕੀਤੀ, ਔਰ ਉਹਦੇ ਸਰਕਮਸਟੈਂਸ ਮੇਰੇ ਤੋਂ ਮਾੜੇ ਸੀਗੇ, ਬੰਦਾ ਕਹਿੰਦਾ ਠੀਕ ਹੈ, ਹੌਸਲਾ ਹੈ। ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿ ਹਰੇਕ ਗੱਲ 'ਤੇ ਕਹਿ ਦਿੰਦੇ ਹਾਂ ਕੋਈ ਨਹੀਂ, ਰੱਬ ਹੈਗਾ, ਬੰਦਾ ਕਹਿ ਦਿੰਦਾ ਕੋਈ ਨਹੀਂ, ਹੋ ਜਾਊਗਾ। ਕਿਉਂਕਿ ਅਸੀਂ ਹੋ ਸਕਦਾ ਬਾਕੀਆਂ ਤੋਂ ਚੰਗੇ ਹਾਂ, ਹੋ ਸਕਦਾ ਕਈਆਂ ਤੋਂ ਮਾੜੇ ਵੀ ਹੋਈਏ, ਪਰ ਉਹ ਚੱਲਦਾ ਰਹਿੰਦਾ। ਗੁਰਸ਼ਰਨ, ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਇੱਥੇ ਸਟੂਡੈਂਟਸ ਨੇ, ਖਾਸ ਕਰਕੇ ਇੰਟਰਨੈਸ਼ਨਲ ਸਟੂਡੈਂਟਸ ਨੇ, ਹਾਂਜੀ, ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਹੁੰਦਾ, ਕਿਉਂਕਿ ਉਹਨਾਂ ਨੇ ਪੜ੍ਹਨਾ ਵੀ ਹੁੰਦਾ, ਉਹਨਾਂ ਨੇ ਕੰਮ ਵੀ ਕਰਨੇ ਹੁੰਦੇ ਆ, ਹੋਰ ਜ਼ਿੰਮੇਵਾਰੀਆਂ ਵੀ ਹੁੰਦੀਆਂ, ਅਤੇ ਉਹਨਾਂ ਕੋਲ ਪੜ੍ਹਨ ਦਾ ਜਿਹੜਾ ਸਮਾਂ ਨਹੀਂ ਹੁੰਦਾ। ਤੁਸੀਂ ਕਿਹੜੇ ਵੇਲੇ ਪੜ੍ਹਦੇ ਹੋ? ਗੱਲ ਤਾਂ ਦੇਖੋ ਬਿਲਕੁਲ ਸਹੀ ਹੈ ਕਿ ਪੜ੍ਹਨ ਦਾ ਟਾਈਮ ਨਹੀਂ ਹੁੰਦਾ। ਜੇ ਤੁਸੀਂ ਐਡੀਸ਼ਨਲ ਬੁੱਕਸ ਕੋਈ ਪੜ੍ਹਨਾ ਚਾਹੁੰਦੇ ਹੋ, ਜੇ ਤੁਹਾਨੂੰ ਸ਼ੌਂਕ ਵੀ ਹੈ, ਟਾਈਮ ਨਹੀਂ ਹੁੰਦਾ। ਬਟ ਜਿਵੇਂ ਮੈਂ ਵੀ ਹੁਣ ਮੈਂ ਪਹਿਲਾਂ ਜਿਵੇਂ ਸਟੱਡੀ ਕਰਦਾ ਸੀ, ਪਰ ਹੁਣ ਮੈਂ ਪੜ੍ਹਨਾ ਸ਼ੁਰੂ ਕੀਤਾ। ਪਹਿਲਾਂ ਸਟੱਡੀ ਕਰਦੇ ਸੀ, ਹੁਣ ਮੈਂ ਪੜ੍ਹਨਾ ਸ਼ੁਰੂ ਕੀਤਾ। ਜੇ ਮੈਂ ਇਹਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰਾਂ ਨਾ, ਆਮ ਜੀ ਲੈਂਗੁਏਜ ਦੇ ਵਿੱਚ, ਕਿ ਪਹਿਲਾਂ ਮੈਂ ਪੜ੍ਹਦਾ ਸੀ, ਹੁਣ ਮੈਂ ਪੜ੍ਹਨਾ ਸ਼ੁਰੂ ਕੀਤਾ। ਬਿਲਕੁਲ। ਐਕਚੁਅਲੀ ਉਹ ਤੁਸੀਂ ਪੜ੍ਹਦੇ ਸੀ ਸਕੂਲ ਦੇ ਲਈ, ਕਾਲਜ ਦੇ ਲਈ, ਆਪਣੀ ਐਜੂਕੇਸ਼ਨ ਪੂਰੀ ਕਰਨ ਦੇ ਲਈ। ਉਹ ਹੋ ਗਿਆ ਕਿ ਇੱਕ ਮੈਂ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹੁੰਦਾ, ਉਹਦੇ ਲਈ ਪੜ੍ਹਦਾ ਪਿਆ। ਇਹ ਹੈ ਕਿ ਮੇਰੇ ਮਨ ਨੂੰ ਚੰਗਾ ਲੱਗਦਾ ਜਿਹੜਾ ਕੁਛ ਮੈਂ ਉਹ ਪੜ੍ਹਦਾ ਪਿਆ। ਜ਼ਿੰਦਗੀ ਦੀ ਪੜ੍ਹਾਈ ਸ਼ੁਰੂ ਕੀਤੀ? ਜ਼ਿੰਦਗੀ ਦੀ ਕਹਿ ਲਓ ਪੜ੍ਹਾਈ ਸ਼ੁਰੂ ਕੀਤੀ ਹੈ, ਕਿਉਂਕਿ ਮੈਨੂੰ ਚੰਗਾ ਲੱਗਦਾ ਪਿਆ ਹੁਣ ਪੜ੍ਹਨਾ। ਕਿਉਂਕਿ ਪਹਿਲਾਂ ਹੁੰਦੇ ਸੀ ਕਿ ਸਿਆਣੇ ਹੁੰਦੇ ਸੀਗੇ ਕੋਈ ਨਾ ਕੋਈ ਪਿੰਡ 'ਚ ਜਾਂ ਹੁੰਦੇ ਸੀ, ਬੰਦਾ ਉਹਨਾਂ ਕੋਲ ਬੈਠਦਾ, ਕੋਈ ਵੀ ਚੀਜ਼ ਉਹਨਾਂ ਦੀ ਜ਼ਿੰਦਗੀ ਦਾ ਨਿਚੋੜ ਕੱਢ ਕੇ ਤੁਹਾਨੂੰ ਦੇ ਦਿੰਦੇ ਸੀ। ਅੱਜ ਕੱਲ੍ਹ ਨਹੀਂ ਹੈਗਾ, ਕੋਈ ਨਹੀਂ, ਕੋਈ ਹੈ ਹੀ ਨਹੀਂ ਇੱਥੇ ਤਾਂ। ਚਲੋ ਇੱਥੇ ਤਾਂ ਕੀ ਹੋਣਾ, ਇੰਡੀਆ ਵੀ ਇਹ ਚੀਜ਼ ਨਹੀਂ ਹੈਗੀ ਹੁਣ ਇੰਨੀ। ਇਸ ਕਰਕੇ ਕਿਤਾਬਾਂ ਉਹ ਚੀਜ਼ ਨੂੰ ਕਿਤੇ ਨਾ ਕਿਤੇ ਪੂਰਾ ਕਰ ਦਿੰਦੀਆਂ ਨੇ। ਕਿਤਾਬਾਂ ਨੂੰ ਦੋਸਤ ਬਣਾਇਆ ਹੋਇਆ ਤੁਸੀਂ, ਸਹੀ ਸ਼ਬਦਾਂ 'ਚ ਬਣਾਉਣ ਦੀ ਕੋਸ਼ਿਸ਼ ਕਰ ਰਹੇ, ਹਜੇ ਬਣੇ ਨਹੀਂ, ਕਿਉਂਕਿ ਹਜੇ ਮੈਂ ਉਹਨਾਂ ਹੈਬਚੁਅਲ ਨਹੀਂ ਹੈਗਾ। ਪਰ ਮੈਂ ਪੜ੍ਹਨ ਦਾ ਜਿੰਨਾ ਵੀ ਮੈਨੂੰ ਟਰਾਈ ਕਰਦਾ ਕਿ ਹੋਵੇ ਤਾਂ ਮੈਂ ਪੜ੍ਹਦਾ ਜ਼ਰੂਰ। ਉਹ ਜਿਹੜੀ ਫੋਨ ਦੀ ਟੈਂਪਟੇਸ਼ਨ ਰਹਿੰਦੀ ਹੈ ਹਰ ਵੇਲੇ, ਐਡਿਕਸ਼ਨ ਜਿਹੜੀ ਹੋ ਜਾਂਦੀ ਹੈ, ਉਹਦੇ ਨਾਲ ਈਜ਼ੀ ਟੈਕਲ ਕਰ ਲੈਂਦੇ? ਜਦੋਂ ਕਿਤਾਬ ਹੱਥ 'ਚ ਹੁੰਦੀ, ਇੱਕ ਪਾਸੇ ਫੋਨ ਹੁੰਦਾ। ਸੌਖਾ ਕੰਮ ਆ। ਇੱਕ ਪਾਸੇ ਫੋਨ, ਇੱਕ ਪਾਸੇ ਨੋਟੀਫਿਕੇਸ਼ਨਸ ਬੰਦ ਕਰ ਦਿਓ। ਅੱਛਾ, ਜਿਹੜੀ HBG ਰਹਿੰਦੀ ਹੈ ਬੰਦ ਹੋ ਜਾਂਦੀ ਹੈ? ਬੰਦ ਹੋ ਜੂਗੀ। ਸਾਰੀਆਂ ਮੇਰੀਆਂ ਬੰਦ ਨੇ, ਸਿਰਫ ਇੱਕ WhatsApp ਦਾ, ਕਿਉਂਕਿ ਉਹ ਅੱਜ ਕੱਲ੍ਹ ਐਜ਼ ਅ ਮੈਸੇਜਿਸ ਯੂਜ਼ ਹੁੰਦਾ ਹੈ ਨਾ, ਉਸ 'ਤੇ ਸਾਰਾ ਕੁਛ ਆ ਜਾਂਦਾ। ਜੇ ਕਿਸੇ ਨੂੰ ਜ਼ਰੂਰੀ ਕਾਲ ਹੈ ਤਾਂ ਕਾਲ ਕਰ ਲੂਗਾ, ਜੇ ਕਿਸੇ ਨੂੰ ਬੜਾ ਜ਼ਰੂਰੀ ਹੈ ਕਾਲ ਕਰ ਲੈ,
ਜੇ ਟੈਕਸਟ ਛੱਡ ਦੇਵੇ ਤਾਂ ਬੰਦਾ ਜ਼ਰੂਰ ਰਿਪਲਾਈ ਕਰੂਗਾ, ਬਟ ਉਹੀ ਜੇ ਤੁਹਾਨੂੰ ਕਹਾਂ ਕਿ ਫੇਸਬੁੱਕ ਤੇ ਕੋਈ ਜ਼ਿੰਦਗੀ ਕਿਸੇ ਹੋਰ ਦੀ ਆ, ਉਹ ਤੁਸੀਂ ਉਸ ਚੀਜ਼ ਨੂੰ ਦੇਖੀ ਜਾ ਰਹੇ ਹੋ, ਤੁਸੀਂ ਆਪਣੇ 'ਚ ਤਾਂ ਫਿਰ ਕੁਝ ਵੀ ਨਹੀਂ ਕਰ ਸਕੋਗੇ। ਕੁਸ਼ਨ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦੀ ਹਾਂ, ਤੁਹਾਡੇ ਵਰਗੇ ਨੌਜਵਾਨ ਹੈ ਜ਼ਿਆਦਾ, ਕਿਉਂਕਿ ਉਹ ਇੰਟਰਨੈਟ ਦੇ ਨਾਲ ਜੁੜੇ ਹੋਏ ਆ, ਆਡੀਓ ਬੁੱਕਸ ਕਾਫੀ ਆ ਰਹੀਆਂ, ਬਲਿੰਕਸ ਜਿਹੜਾ ਹੈਗਾ ਉਹ ਕਾਫੀ ਪਪੂਲਰ ਐਪ ਹੈਗਾ ਆ, ਉਹਦੇ ਤੇ ਕਿਤਾਬਾਂ ਦੀ ਸਮਰੀ ਹੁੰਦੀ ਹੈ, ਹਾਂਜੀ ਜਾਂ ਕਈ ਹੋਰ ਐਪਸ ਹੈਗੀ ਆ। ਬਿਲਕੁਲ। ਤੁਸੀਂ ਪੇਪਰ ਬੁੱਕਸ ਪੜ੍ਹਦੇ ਹੋ ਜਾਂ ਤੁਸੀਂ ਉਹਨਾਂ ਬੁੱਕਸ ਨੂੰ ਵੀ ਇੰਜੋਏ ਕਰਦੇ ਹੋ? ਮੈਂ ਉਹਨਾਂ ਨੂੰ ਵੀ ਇੰਜੋਏ ਕਰਦਾ, ਬਟ ਉਹਨਾਂ ਨੂੰ ਮੈਂ ਜਿਹੜੇ ਪੰਜਾਬੀ ਬੁੱਕਸ ਨੇ ਆਪਣੀਆਂ ਮੇਨਲੀ ਹੈ ਨਾ, ਉਹਨਾਂ ਨੂੰ ਸੁਣਨਾ ਜ਼ਿਆਦਾ ਵਧੀਆ ਲੱਗਦਾ ਮੈਨੂੰ, ਪੰਜਾਬੀ ਬੁੱਕਸ? ਕਿਉਂਕਿ ਮੈਨੂੰ ਥੋੜ੍ਹੀ ਪੜ੍ਹਨੀ ਔਖੀ ਲੱਗਦੀ ਹੈ। ਅੱਛਾ। ਪਤਾ ਨਹੀਂ, ਤੁਸੀਂ ਕਹਿ ਸਕਦੇ ਹੋ ਕਿ ਇੰਗਲਿਸ਼ ਮੀਡੀਅਮ 'ਚ ਸਟੱਡੀ ਕੀਤੀ, ਫਿਰ 10th ਤੋਂ ਬਾਅਦ ਪੰਜਾਬੀ ਨਹੀਂ ਕੀਤੀ, ਤਾਂ ਪੜ੍ਹ ਤਾਂ ਮੈਂ ਲੈਣਾ, ਪੜ੍ਹਨ 'ਚ ਨਹੀਂ ਮੈਨੂੰ ਦਿੱਕਤ, ਪਰ ਜਿੰਨੀ ਫਾਸਟ ਮੈਂ ਇੰਗਲਿਸ਼ ਪੜ੍ਹ ਲੈਣਾ ਉਨੀ ਫਾਸਟ ਮੇਰੇ ਤੋਂ ਪੰਜਾਬੀ ਨਹੀਂ ਪੜ੍ਹੀ ਜਾਂਦੀ। ਓਕੇ। ਤੇ ਤੁਹਾਨੂੰ ਪਤਾ ਇੱਥੇ ਟਾਈਮ ਨਹੀਂ ਹੁੰਦਾ ਇੰਨਾ, ਸੋ ਉਸ ਚੀਜ਼ ਨੂੰ ਮੈਨੇ ਕਰ, ਮੈਨੂੰ ਪੰਜਾਬੀ ਬੁੱਕਸ ਨੇ ਜਿਹੜੀਆਂ ਸੁਣਨੀਆਂ ਵਧੀਆ ਲੱਗਦੀਆਂ ਨੇ, ਜਿਵੇਂ ਨਾਨਕ ਸਿੰਘ ਦੀਆਂ ਹੋ ਗਈਆਂ ਜਾਂ ਉਹ ਪੁਰਾਣੀਆਂ ਪੰਜਾਬੀ ਦੇ ਵਿੱਚ ਕਾਫੀ ਆਡੀਓ ਬੁੱਕਸ ਅਵੇਲੇਬਲ ਹੈਗੀਆਂ? ਬਹੁਤ ਅਵੇਲੇਬਲ ਨੇ, ਜੇ ਤੁਸੀਂ YouTube ਤੇ ਸਰਚ ਕਰ ਲਓ ਉਸੇ ਤਾਂ ਬਹੁਤ ਜ਼ਿਆਦੀਆਂ ਨੇ, ਕਿਉਂਕਿ ਉੱਥੇ ਵੀ ਕਾਫੀ ਨੇ ਜਿਹੜੇ ਲੋਕ ਖੁਦ ਰਿਕਾਰਡ ਕਰਕੇ ਪਾ ਦਿੰਦੇ ਆ ਬੁੱਕਸ। ਇੱਥੇ ਤੱਕ ਕਿ ਵੈਬਸਾਈਟਸ ਵੀ ਹੈਗੀਆਂ ਨੇ, ਤੁਸੀਂ ਉੱਥੇ ਜਾ ਕੇ ਪੰਜਾਬੀ ਸ਼ਬਦਕੋਸ਼ ਚਲੇ ਜਾਓ, ਉੱਥੇ ਕਾਫੀ ਨੇ, ਉੱਥੇ ਈਵਨ ਹਰੇਕ ਦੀਆਂ ਹੋਣਗੀਆਂ, ਤੁਸੀਂ ਜਿਹੜੀਆਂ ਉੱਥੇ ਪੜ੍ਹਨ ਨੂੰ ਵੀ ਮਿਲ ਜਾਂ ਆਡੀਓ ਬੁੱਕਸ ਵੀ ਮਿਲ ਜਾਂਦੀਆਂ ਨੇ। ਤੁਸੀਂ ਕੋਈ ਸ਼ਾਇਰੀ ਪੜ੍ਹਨਾ ਚਾਹੁੰਦੇ ਹੋ, ਪੋਇਟਰੀ, ਤੁਸੀਂ ਉਹ ਕਰ ਸਕਦੇ ਹੋ, ਕਿਉਂਕਿ ਸ਼ੁਰੂਆਤ ਕਿਸੇ ਚੀਜ਼ ਤੋਂ ਹੁੰਦੀ ਹੈ, ਸਿਰਫ ਤੁਹਾਨੂੰ ਇੱਕ ਰਾਈਟ ਮਟੀਰੀਅਲ ਮਿਲ ਜੇ ਫਿਰ ਤੁਸੀਂ ਅੱਗੇ ਵੱਧਦੇ ਜਾਂਦੇ ਹੋ। ਅਖੀਰ ਸਾਡੇ ਸੁਣਨ ਵਾਲਿਆਂ ਨੂੰ ਕੀ ਕਹੋਗੇ, ਖਾਸ ਕਰਕੇ ਨੌਜਵਾਨਾਂ ਨੂੰ? ਮੈਂ ਇਹੀ ਕਹਿਣਾ ਚਾਹੂੰਗਾ ਕਿ ਫ਼ੋਨ ਯੂਜ਼ ਕਰੋ, ਟੈਕਨੋਲੋਜੀ ਹੈ, ਯੂਜ਼ ਕਰਨ ਲਈ ਬਣੀ ਹੈ, ਬਟ ਬੁੱਕਸ ਨੇ ਉਹਨਾਂ ਦਾ ਇੱਕ ਆਪਣਾ ਇੰਪੈਕਟ ਹੈ, ਉਹ ਹੋ ਸਕਦਾ ਤੁਹਾਨੂੰ ਕੁਝ ਨਵੇਂ ਡੋਰਸ ਓਪਨ ਕਰ ਦੇਣ ਜਿਹੜੇ ਫ਼ੋਨ ਨਾ ਕਰ ਸਕੇ, ਕਿਉਂਕਿ ਬੁੱਕਸ ਦੇ ਵਿੱਚ ਉਹ ਨੌਲੇਜ ਹੈ, ਕਿਉਂਕਿ ਹਰ ਬੰਦਾ ਨਹੀਂ ਪੜ੍ਹਦਾ ਅੱਜ ਕੱਲ੍ਹ, ਤੁਸੀਂ ਓਬਵੀਅਸ ਹੈ ਬਾਕੀਆਂ ਤੋਂ ਥੋੜ੍ਹਾ ਵੱਧ ਜਾਣੋਗੇ ਤਾਂ ਵੱਖਰੇ ਜ਼ਰੂਰ ਹੋਵੋਗੇ। ਕੁਸ਼ਨ, ਥੈਂਕ ਯੂ ਸੋ ਮਚ। ਥੈਂਕ ਯੂ। ਜਿਹੜੇ ਲੋਕ ਚੰਗੀਆਂ ਆਦਤਾਂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਚੰਗੀ ਕਿਤਾਬ ਪੜ੍ਹਨ ਦੀ ਆਦਤ ਉਹਨਾਂ ਨੂੰ ਪਾ ਹੀ ਲੈਣੀ ਚਾਹੀਦੀ ਹੈ, ਕਿਉਂਕਿ ਕਿਤਾਬ ਪੜ੍ਹਨਾ ਕਈ ਵਾਰੀ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਅਸੀਂ ਬੀਤੀ ਹੋਈ ਸਦੀ ਦੇ ਕਿਸੇ ਮਹਾਨ ਵਿਅਕਤੀ ਦੇ ਨਾਲ ਗੱਲਬਾਤ ਕਰ ਰਹੇ ਹੋਈਏ। ਅੱਜ ਇੱਕ ਵਾਰੀ ਫਿਰ ਇਸ ਮੌਕੇ ਤੇ ਯਾਨੀ ਵਰਲਡ ਬੁੱਕ ਡੇ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਧੰਨਵਾਦ।